हाँ जी, ਅੱਜ ਆਪਾਂ ਜਿਹੜਾ ਆਪਣਾ ਫਸਟ ਸੈਂਪਲ ਪੇਪਰ ਕਰ ਰਹੇ ਸੀਗੇ ਉਹਦਾ ਜਿਹੜਾ ਬੀ ਪਾਰਟ ਹੈ, ਮਤਲਬ ਬੀ ਪਾਰਟ ਵੀ ਕਰਾਂਗੇ ਨਾਲ ਨਾਲ ਆਪਣੇ ਏ ਪਾਰਟ ਦੇ ਜਿਹੜੇ ਹੈਗੇ ਨੇ ਪੈਰਾਗ੍ਰਾਫ ਸੇ ਟਰੂ ਫਾਲਸ ਵਾਲੇ ਜਿਹੜੇ ਹੈਗੇ ਨੇ ਉਹ ਰਹਿੰਦੇ ਸੀਗੇ, ਉਹ ਆਪਾਂ ਕਰਾਂਗੇ ਅੱਗੇ। ਹਾਂਜੀ, ਪੈਰਾਗ੍ਰਾਫ ਜਿਹੜਾ ਹੈਗਾ ਤੁਹਾਨੂੰ ਆਇਆ ਹੋਇਆ ਹੈਗਾ, ਸਟਾਰਚ ਇਜ਼ ਅ ਪੋਲੀਮਰ ਆਫ ਐਲਫਾ ਗਲੂਕੋਜ਼ ਐਂਡ ਮੇਜਰ ਰਿਜ਼ਰਵ ਫੂਡ ਇਨ ਪਲਾਂਟ ਟਰਨਸ ਬਲੂ ਵਿਦ ਆਇਓਡੀਨ. It is a mixture of two components, amylose, an unbranched polymer water soluble, amylopectin, a branched polymer water insoluble. Sources of starch are potatoes, wheat, rice, maize, bananas, etc. Cellulose is the most abundant and structural polysaccharide of plants. It is important food source of some animals. It is polymer of D beta glucose. The chief source of cellulose are wood, contains 50% of cellulose, rest being lignin, resin, etc. And cotton contains 90% cellulose, rest being fat and waxes. ਤਾਂ ਆਪਾਂ ਜਿਹੜੇ ਕੁਐਸਚਨ ਆਏ ਹੋਏ ਸੀਗੇ ਇਹਦੇ ਵਿੱਚੋਂ ਵਾਟ ਆਰ ਦਾ ਕੰਪੋਨੈਂਟਸ ਆਫ ਸਟਾਰਚ, ਸਟਾਰਚ ਦੇ ਕਿਹੜੇ ਕੰਪੋਨੈਂਟਸ ਨੇ? ਦੋ ਕੰਪੋਨੈਂਟ ਆਪਾਂ ਨੂੰ ਦਿੱਤੇ ਹੋਏ ਸੀਗੇ ਇਹਦੇ ਵਿੱਚ, ਇੱਕ ਸੀਗਾ ਆਪਣੇ ਕੋਲੇ ਅਮਾਈਲੋਜ਼, ਦੂਸਰਾ ਅਮਾਈਲੋ ਪੈਕਟਿਨ। ਠੀਕ ਹੈ, ਪੈਰਾਗ੍ਰਾਫ ਦੇ ਵਿੱਚ ਹੀ ਦਿੱਤਾ ਹੋਇਆ ਤੁਹਾਨੂੰ ਸੈਕਿੰਡ ਲਾਈਨ ਦੇ ਵਿੱਚ, ਅਮਾਈਲੋਜ਼ ਐਂਡ ਅਮਾਈਲੋ ਪੈਕਟਿਨ। ਫਿਰ ਹੈਗਾ ਅਗਲਾ ਕੁਐਸਚਨ, ਵਾਟ ਆਰ ਦਾ ਚੀਫ ਸੋਰਸਿਸ ਆਫ ਸੈਲੂਲੋਜ਼। ਚੀਫ ਸੋਰਸਿਸ ਸੈਲੂਲੋਜ਼ ਦੇ ਪੈਰਾਗ੍ਰਾਫ ਦੇ ਵਿੱਚ ਹੀ ਦਿੱਤੇ ਹੋਏ ਨੇ ਆਪਾਂ ਨੂੰ, ਕਿਹੜੇ ਕਿਹੜੇ ਆ ਬੱਚੇ? ਦੈਟ ਆਰ ਵੁੱਡ ਐਂਡ ਕਾਟਨ। ਲਾਸਟ ਦੋਨੋਂ ਲਾਈਨਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੁੱਡ ਐਂਡ ਕਾਟਨ। ਵਿਚ ਕੰਪੋਨੈਂਟ ਆਫ ਸਟਾਰਚ ਟਰਨ ਬਲੂ ਵਿਦ ਆਇਓਡੀਨ। ਆਇਓਡੀਨ ਦੇ ਨਾਲ ਕਿਹੜਾ ਕੰਪੋਨੈਂਟ ਸਟਾਰਚ ਦਾ ਜਿਹੜਾ ਹੈਗਾ ਉਹ ਬਲੂ ਹੋ ਜਾਂਦਾ? ਦੈਟ ਇਜ਼ ਅਮਾਈਲੋਜ਼। ਦੋਨਾਂ ਦੇ ਵਿੱਚੋਂ ਅਮਾਈਲੋਜ਼ ਅਤੇ ਅਮਾਈਲੋਪੈਕਟਿਨ ਦੇ ਵਿੱਚੋਂ ਜਿਹੜਾ ਅਮਾਈਲੋਜ਼ ਹੈ ਇਹ ਬਲੂ ਕਲਰ ਦਿੰਦਾ ਆਇਓਡੀਨ ਦੇ ਨਾਲ। ਨੇਮ ਦਾ ਕੰਪੋਨੈਂਟ ਆਫ ਸਟਾਰਚ ਹੂਜ਼ ਪਰਸੈਂਟੇਜ ਇਜ਼ ਮੋਰ ਇਨ ਇਟ। ਸਟਾਰਚ ਦੇ ਵਿੱਚ ਅਮਾਈਲੋਪੈਕਟਿਨ ਦੀ ਜਿਹੜੀ ਹੈਗੀ ਆ ਕੰਸਨਟ੍ਰੇਸ਼ਨ ਹੈ ਉਹ ਜ਼ਿਆਦਾ 80%। ਪੈਰਾਗ੍ਰਾਫ ਦੀ ਸੈਕਿੰਡ ਲਾਈਨ ਦੇ ਵਿੱਚ ਆਪਾਂ ਨੂੰ ਦਿੱਤਾ ਹੋਇਆ ਲਾਸਟ ਦੇ ਵਿੱਚ 80% ਉਹਦੀ ਜਿਹੜੀ ਹੈਗੀ ਪਰਸੈਂਟੇਜ ਹੈ। ਤਾਂ ਕਿਹਦੀ ਪਰਸੈਂਟੇਜ ਜ਼ਿਆਦਾ ਸੀਗੀ? ਦੈਟ ਇਜ਼ ਅਮਾਈਲੋਪੈਕਟਿਨ। ਵਾਟ ਆਰ ਦਾ ਸੋਰਸਿਸ ਆਫ ਸਟਾਰਚ। ਸਟਾਰਚ ਦੇ ਸੋਰਸਿਸ ਥਰਡ ਲਾਈਨ ਦੇ ਵਿੱਚ ਆਪਾਂ ਨੂੰ ਦਿੱਤੇ ਹੋਏ ਨੇ, ਪੋਟੈਟੋਜ਼, ਵੀਟ, ਰਾਈਸ, ਮੇਜ਼, ਬਨਾਨਾ ਐਟਸੈਟਰਾ। ਠੀਕ ਹੈ ਜੀ, ਅੱਗੇ ਆਪਣੇ ਸੀਗੇ ਬੱਚੇ ਟਰੂ ਫਾਲਸ। ਤਾਂ ਦੇਖੋ ਪਹਿਲਾ ਕੀ ਹੈ, ਇਨ ਕੋਆਰਡੀਨੇਸ਼ਨ ਕੰਪਾਊਂਡ ਮੈਟਲ ਸ਼ੋਜ਼ ਓਨਲੀ ਪ੍ਰਾਇਮਰੀ ਵੈਲੈਂਸੀ। ਨਹੀਂ, ਮੈਟਲਸ ਪ੍ਰਾਇਮਰੀ ਐਜ਼ ਵੈਲ ਐਜ਼ ਸੈਕੰਡਰੀ ਵੈਲੈਂਸੀ ਦੋਨੋਂ ਹੀ ਸ਼ੋਅ ਕਰਦੀਆਂ ਨੇ, ਤਾਂ ਇਹ ਫਾਲਸ ਹੈ। ਪ੍ਰਾਇਮਰੀ ਵੈਲੈਂਸੀ ਜਿਹੜੀ ਹੈਗੀ ਆ ਉਹ ਨੈਗੇਟਿਵ ਆਇਨਸ ਜਾਂ ਆਪਣੇ ਜਿਹੜੇ ਹੈਗੇ ਨਿਊਟਰਲ ਮੋਲੀਕਿਊਲਸ ਦੇ ਨਾਲ ਸੈਟਿਸਫਾਈ ਹੁੰਦੀ ਹੈ, ਅਤੇ ਜਿਹੜੀ ਇਹਦੀ ਸੈਕੰਡਰੀ ਵੈਲੈਂਸੀ ਹੈ ਉਹ ਹੁੰਦਾ ਕੋਆਰਡੀਨੇਸ਼ਨ ਨੰਬਰ ਜਿਹੜਾ ਹੈਗਾ ਆਪਣੇ ਲੀਗੈਂਡ ਦਾ। ਠੀਕ ਹੈ ਜੀ, ਉਸ ਤੋਂ ਬਾਅਦ ਹੈਗਾ ਆਪਣੇ ਕੋਲੇ ਕਾਰਬੋਜ਼ਾਈਲਿਕ ਐਸਿਡਸ ਆਰ ਵੀਕਰ ਐਸਿਡਸ ਦੈਨ ਐਲਕੋਹਲਸ। ਕਾਰਬੋਜ਼ਾਈਲਿਕ ਐਸਿਡਸ ਸਟਰੋਂਗ ਹੁੰਦੇ ਨੇ ਐਲਕੋਹਲਸ ਦੇ ਨਾਲ, ਕਿਉਂਕਿ ਜਿਹੜੇ ਕਾਰਬੋਜ਼ਾਈਲਿਕ ਐਸਿਡਸ ਨੇ ਇਹ ਰੈਜ਼ੋਨੇਟਿੰਗ ਸਟਰਕਚਰਸ ਬਣਾਉਂਦੇ ਨੇ। ਜਿਹੜਾ ਕਾਰਬੋਜ਼ਾਈਲੇਟ ਆਇਨ ਹੈ, ਨੈਗੇਟਿਵ ਜਦੋਂ ਚਾਰਜ ਆ ਜਾਂਦਾ ਹਾਈਡਰੋਜਨ ਬਾਹਰ ਨਿਕਲਣ ਤੋਂ ਬਾਅਦ, ਤਾਂ ਜਿਹੜਾ ਆਪਣੇ ਕੋਲ ਕਾਰਬੋਜ਼ਾਈਲੇਟ ਆਇਨ ਬਣਦਾ ਉਹਦੀਆਂ ਰੈਜ਼ੋਨੇਟਿੰਗ ਸਟਰਕਚਰਸ ਬਣਦੀਆਂ ਨੇ, ਜਿਹਦੇ ਕਰਕੇ ਉਹ ਜ਼ਿਆਦਾ ਸਟੇਬਲ ਹੁੰਦਾ ਹੈਗਾ, ਇਸ ਲਈ ਜ਼ਿਆਦਾ ਐਸਿਡਿਕ ਹੈ ਨੇਚਰ ਦੇ ਵਿੱਚ ਕਾਰਬੋਜ਼ਾਈਲਿਕ ਐਸਿਡ ਐਜ਼ ਕੰਪੇਅਰ ਟੂ ਅਲਕੋਹਲ। ਤਾਂ ਇਹ ਵੀ ਫਾਲਸ ਹੈ। ਅਗਲਾ ਹੈਗਾ ਐਨੀਲੀਨ ਇਜ਼ ਮੋਰ ਬੇਸਿਕ ਦੈਨ ਮਿਥਾਈਲਮੀਨ। ਫਾਲਸ ਹੈ। ਐਨੀਲੀਨ ਦੇ ਵਿੱਚ ਜਿਹੜਾ ਆਪਣੇ ਕੋਲੇ NH2 ਗਰੁੱਪ ਲੱਗਿਆ ਵਾ ਹੁੰਦਾ ਹੈਗਾ ਬੈਂਜ਼ੀਨ ਰਿੰਗ ਦੇ ਉੱਤੇ, ਉਹਦਾ ਜਿਹੜਾ ਲੋਨ ਪੇਅਰ ਹੈ ਨਾਈਟ੍ਰੋਜਨ ਦਾ, ਉਹ ਬੈਂਜ਼ੀਨ ਰਿੰਗ ਦੇ ਨਾਲ ਜਿਹੜਾ ਹੈਗਾ ਉਹ ਬੈਂਜ਼ੀਨ ਰਿੰਗ ਦੇ ਨਾਲ ਰੈਜ਼ੋਨੇਟਿੰਗ ਸਟਰਕਚਰਸ ਦੇ ਵਿੱਚ ਜਿਹੜਾ ਹੈਗਾ ਉਹ ਚਲਾ ਜਾਂਦਾ ਹੈਗਾ, ਉਹਦੇ ਕਰਕੇ ਲੋਨ ਪੇਅਰ ਇਲੈਕਟ੍ਰੋਨ ਉਹ ਅਵੇਲੇਬਲ ਨਹੀਂ ਹੁੰਦਾ ਹੈਗਾ, ਤਾਂ ਇਸੇ ਲਈ ਉਹਦੀ ਜਿਹੜੀ ਹੈਗੀ ਹੈ ਬੇਸਿਕ ਕਰੈਕਟਰ ਉਹ ਡਿਕਰੀਜ਼ ਹੋ ਜਾਂਦੀ ਹੈ। ਜਿਹੜਾ ਮਿਥਾਈਲ ਅਮੀਨ ਹੈ, ਕਿਉਂਕਿ ਮਿਥਾਈਲ ਗਰੁੱਪ ਲੱਗਿਆ ਹੋਇਆ CH3, ਤਾਂ ਇਹਦੇ ਵਿੱਚ ਆਪਾਂ ਨੂੰ ਪਤਾ ਹੈਗਾ ਪਲੱਸ ਆਈ ਇਫੈਕਟ ਹੁੰਦਾ ਇਲੈਕਟ੍ਰੋਨ ਡੋਨੇਟਿੰਗ, ਜਿਹਦੇ ਕਰਕੇ ਇਹ ਇਲੈਕਟ੍ਰੋਨ ਡੈਂਸਿਟੀ ਇਨਕਰੀਜ਼ ਕਰ ਦਿੰਦਾ, ਤਾਂ ਨਾਈਟ੍ਰੋਜਨ ਦੇ ਉੱਤੇ ਜਿਹੜਾ ਲੋਨ ਪੇਅਰ ਹੈ ਉਹਦੀ ਜਿਹੜੀ ਹੈਗੀ ਹੈ ਟੈਂਡੈਂਸੀ ਹੈ ਹੋਰ ਜ਼ਿਆਦਾ ਇਨਕਰੀਜ਼ ਹੋ ਜਾਂਦੀ ਹੈ, ਤਾਂ ਬੇਸਿਕ ਕਰੈਕਟਰ ਇਨਕਰੀਜ਼ ਹੋ ਜਾਂਦਾ ਮਿਥਾਈਲ ਅਮੀਨ ਦੇ ਵਿੱਚ ਜ਼ਿਆਦਾ ਹੁੰਦਾ ਹੈਗਾ ਅਤੇ ਐਨੀਲੀਨ ਦੇ ਵਿੱਚ ਘੱਟ ਹੋ ਜਾਂਦਾ। ਫਿਰ ਹੈਗਾ ਆਪਣੇ ਕੋਲੇ ਹਿੰਜ਼ਬਰਗ ਰੀਏਜੈਂਟ ਕੈਨ ਬੀ ਯੂਜ਼ ਟੂ ਡਿਫਰੈਂਸ਼ੀਏਟ ਬਿਟਵੀਨ ਡਿਫਰੈਂਟ ਅਮੀਨਸ। ਇਹ ਟਰੂ ਹੈ। ਜਿਹੜਾ ਆਪਣੇ ਕੋਲੇ ਹਿੰਜ਼ਬਰਗ ਰੀਏਜੈਂਟ ਹੁੰਦਾ ਕੀ ਹੈ? ਸਲਫੋਨਾਈਲ ਕਲੋਰਾਈਡ ਹੁੰਦਾ ਹੈ, ਬੈਂਜ਼ੀਨ ਸਲਫੋਨਾਈਲ ਕਲੋਰਾਈਡ। ਪ੍ਰਾਇਮਰੀ ਜਿਹੜੇ ਆਪਣੇ ਕੋਲੇ ਅਮੀਨਸ ਨੇ ਉਹ ਇਹਦੇ ਨਾਲ ਜਿਹੜਾ ਹੈਗਾ ਸਲਫੋਨਾਮਾਈਡ ਪ੍ਰੋਡਕਟ ਦਿੰਦੇ ਨੇ, ਉਹ ਸੋਲੂਬਲ ਹੁੰਦਾ ਐਲਕਲੀ ਦੇ ਵਿੱਚ। ਜਿਹੜੇ ਆਪਣੇ ਸੈਕੰਡਰੀ ਅਮੀਨਸ ਨੇ ਉਹਨਾਂ ਦਾ ਜਿਹੜਾ ਸਲਫੋਨਾਮਾਈਡ ਪ੍ਰੋਡਕਟ ਹੁੰਦਾ ਦੈਟ ਇਜ਼ ਇਨਸੋਲੂਬਲ ਇਨ ਐਲਕਲੀ, ਅਤੇ ਟਰਸ਼ਰੀ ਅਮੀਨਸ ਜਿਹੜੇ ਹੈਗੇ ਨੇ ਉਹ ਰਿਐਕਟ ਨਹੀਂ ਕਰਦੇ। ਤਾਂ ਤਿੰਨਾਂ ਨੂੰ ਡਿਫਰੈਂਸ਼ੀਏਟ ਕਰਨ ਦੇ ਲਈ ਆਪਾਂ ਹਿੰਜ਼ਨਬਰਗ ਰੀਏਜੈਂਟ ਜਿਹੜਾ ਹੈਗਾ ਉਹ ਯੂਜ਼ ਕਰ ਸਕਦੇ ਹਾਂ। ਟਰੂ ਹੈ ਇਹ। ਫਿਰ ਆਪਣੇ ਕੋਲ ਆ ਗਿਆ grid of lead packed with spongy lead is cathode in lead acid cell। lead acid cell ਦੇ ਵਿੱਚ ਜਿਹੜੇ ਐਨੋਡਸ ਤੇ ਕੈਥੋਡਸ ਨੇ ਉਹ ਆਪਣੇ ਇੱਥੇ ਤੁਹਾਨੂੰ ਦੱਸੇ ਹੋਏ ਆ। ਕੈਥੋਡ ਉਹਦੇ ਵਿੱਚ ਹੁੰਦਾ ਲੈਡ ਡਾਈਆਕਸਾਈਡ ਅਤੇ ਐਨੋਡ ਹੁੰਦਾ ਮੈਟੈਲਿਕ ਲੈਡ, ਤਾਂ ਇਹ ਆਪਣੇ ਕੋਲੇ ਫਾਲਸ ਹੈ।
ठीक है जी। तो ये नाल ही अपना जोड़ा फर्स्ट पार्ट है ए सैक्शन है वो कंप्लीट हो गया। इस तो बाद अपने को सैकेंड सैक्शन हैगा गा जिहदे अपने को 2 नंबर वाले क्वेश्चनस होंदे ने। ये क्वेश्चनस लगभग जिहड़े हैगे ने तुसी रीड करदे ही हो, तुहाडी जिहड़े हैगे ने अपने को सेम उही क्वेश्चनस आए हुए ने। तो मैं क्वेश्चनस नहीं ये सॉल्व किए, सिंपल अपने जिहड़े नमैरिकल्स आए हुए सी वो सॉल्व किए हुए ने। तो सब तो पहला जिवें क्वेश्चन सीगा तुहाडा आइडल ते नॉन आइडल सोल्यूशन दे विच डिफरेंस। काफ़ी इंपॉर्टेंट क्वेश्चन है ये आइडल ते नॉन आइडल सोल्यूशन के डिफरेंस वाला। ये तुहानूं जिहड़ा हैगा तुहाडे फाइनल एग्जाम्स वास्ते भी जिहड़ा हैगा ये काफ़ी इंपॉर्टेंट है, तो इहनूं चंगी तरह याद कर लिओ। नैक्सट अपना थर्ड सीगा बच्चे दैट वाज नमैरिकल कैलकुलेट द बॉइलिंग पॉइंट ऑफ द सोल्यूशन कंटेनिंग 1.8 ग्राम ऑफ अ नॉन वोलेटाइल सल्यूट डिजॉल्व इन 90 ग्राम ऑफ बेंजीन। द बॉइलिंग पॉइंट ऑफ प्योर बेंजीन इज 353.23 कैलविन। के भी अपन दिता होया 2.53 कैलविन किलोग्राम पर मोल। मोलर मास अपन सल्यूट दिता है 58 ग्राम पर मोल। तो ये पहला जी चीज़ा अपन दित्तियां हुई आप लिख लैंने की दिता होया अपन मास ऑफ सल्यूट दिता होया W2 1.8 ग्राम, मास ऑफ सॉल्वेंट 90 ग्राम W1, बॉइलिंग पॉइंट प्योर बेंजीन का 353.23 कैलविन तो के भी अपन दिता है 2.53 कैलविन के जी पर मोल। हुण मास भी अपन दिता होया हैगा कादा सल्यूट का 58 ग्राम पर मोल। तो उस तो बाद अपन कैलकुलेट आप करना हैगा मोलर मास। तो आप जिहड़ा हैगा फॉर्मूला लगाने मोलर मास सल्यूट का अपन दिता होया 58 ग्राम पर मोल। ठीक है जी। तो आप कैलकुलेट करना हैगा बॉइलिंग पॉइंट। तो पहला आप जिहड़ा हैगा वो एलीवेशन इन बॉइलिंग पॉइंट कैलकुलेट करते हैं। दैट विल बी KB इंटू W2 इंटू 1000 अपॉन M2 इंटू W1। तो सारे दी आप वैल्यूज़ फिल कीतियां। तो 0.87 जोड़ा हैगा कैलविन अपने को एलीवेशन इन बॉइलिंग पॉइंट आ गया। तो फिर आप जो बॉइलिंग पॉइंट कढ़ना तो आप किवें कढ़ सकते हैं, जिन्ना अपन दिता होया प्योर बेंजीन का वो आप की प्लस कर देंगे एलीवेशन, दोनों चीज़ों ऐड कर देंगे तो अपने को बॉइलिंग पॉइंट का निकल आएगा सोल्यूशन का निकल आएगा। तो कितना निकलिया है 354.10 कैलविन। ठीक है जी। इस तरह अपने को सैकेंड पार्ट इन्होंने दिता होया सीगा उहदे विच उन्होंने अपन दिता होया हैगा वैन 1.8 ग्राम ऑफ नॉन वोलेटाइल कंपाउंड इज डिजॉल्व इन 25 ग्राम ऑफ एसीटोन द सोल्यूशन बॉयल्स एट 56.86 डिग्री सेल्सियस वाइल प्योर एसीटोन बॉयल्स एट 56.38 डिग्री सेल्सियस अंडर द सेम एटमोसफेरिक प्रैशर। कैलकुलेट द मोलर मास ऑफ द कंपाउंड। के भी अपन की दिता होया हैगा एसीटोन के लिए 1.72 कैलविन किलोग्राम पर मोल दिता होया अपन। ठीक है जी। जिहड़ियां चीज़ां आपां नूं गिवन है पहलां आपां उन्हां दा लिख लांगे। की दिता होया आपां नूं मास ऑफ सल्यूट दिता होया है W2 1.8 ग्राम, मास ऑफ सॉल्वेंट W1 25 ग्राम दिता होया आपां नूं। बॉइलिंग पॉइंट सोल्यूशन का T भी आपां नूं दिता होया 56.86 डिग्री सेल्सियस ते बॉइलिंग पॉइंट अपन प्योर एसीटोन का दिता होया 56.38 डिग्री सेल्सियस। के भी आपां नूं दिता होया 1.72। तो सब तो पहला आपां एलीवेशन कड्डांगे बॉइलिंग पॉइंट की प्योर दे विचों आपां जिहड़ा हैगा अपने कोले सॉरी सोल्यूशन दे विचों प्योर वाली नूं आपां माइनस कर देंगे तो एलीवेशन अपने कोले निकल आएगी। तो 0.48 डिग्री सेल्सियस अपने कोले एलीवेशन एंड बॉइलिंग पॉइंट निकले आया। ठीक है जी। तो उस बाद आपां फार्मूला लगा लांगे हुण आपां क्योंकि फार्मूले दे विच मोलर मास कढ़ना हैगा तो M2 नूं आपां एक पासे रख लिया तो डेल्टा TB नूं आपां नीचे लै गए। तो फार्मूला लगभग सेम उही है, सिर्फ M2 ते डेल्टा TB का फर्क पिया। सारियां दी वैल्यूज़ लिख के उस वैल्यूज़ पुट करके 258 ग्राम पर मोल जिहड़ा हैगा अपने कोले आंसर निकलिया है। नैक्सट अपने को क्वेश्चन सीगा बच्चे फोर्थ द स्पैसीफिक कंडक्टेंस ऑफ 0.12 नॉर्मल सोल्यूशन ऑफ एन इलैक्ट्रोलाइट इज़ 2.4 इंटू 10⁻² साइमन सेंटीमीटर इनवर्स। कैलकुलेट इक्विवेलेंट कंडक्टेंस। द इक्विवेलेंट कंडक्टेंस का फार्मूला की होंदा स्पैसीफिक कंडक्टेंस इंटू 1000 अपॉन नॉर्मैलिटी। ठीक है। कंसनट्रेशन की जी टर्म दी हुई है दैट इज़ नॉर्मैलिटी। तो 2.4 इंटू 10⁻² इंटू 1000 0.12। तो अपने को की आ गया बच्चे है 200 साइमन सेंटीमीटर स्क्वायर ग्राम इक्विवेलेंट, क्योंकि इक्विवेलेंट कंडक्टेंस करनी तो ग्राम इक्विवेलेंट लिख लिया अपना। फिर अपने को आ गया बच्चे फिफ्थ क्वेश्चन फर्स्ट ऑर्डर रिएक्शन टेक्स 20 मिनट फॉर 25% डिकम्पोजिशन। कैलकुलेट द टाइम वैन 75% ऑफ द रिएक्शन विल बी कंप्लीटेड। तो की दिता होया अपन दोनों अलग अलग आप सॉल्व करांगे। पहला आप 25% वाला करते हैं सॉल्व। तो ये अपन की दिता होया हैगा T दिता होया अपन 20 मिनट,
20 ਮਿੰਟਸ ਦੇ। ਉਸ ਤੋਂ ਬਾਅਦ A0 ਆਪਾਂ 100 ਜਿਹੜਾ ਹੈਗਾ ਮੰਨਦੇ ਹਾਂ, ਤੇ ਆਪਣੇ ਕੋਲੇ A ਕੀ ਨਿਕਲਿਆ ਹੋਊਗਾ ਬੱਚੇ 100 ਦੇ ਵਿੱਚੋਂ, ਕਿਉਂਕਿ 25% ਸੀਗਾ ਤਾਂ 25 ਨੂੰ ਮਾਈਨਸ ਕਰ ਦਿੰਦੇ ਹਾਂ, ਤਾਂ A ਕੀ ਨਿਕਲਿਆ ਆਪਣੇ ਕੋਲੇ 75। ਠੀਕ ਹੈ ਜੀ, 100 ਮਾਈਨਸ 25 75। K ਆਪਾਂ ਕੈਲਕੂਲੇਟ ਕਰਨਾ, ਤਾਂ K ਦਾ ਫਾਰਮੂਲਾ 2.303 ਅਪੋਨ T log of A0 ਅਪੋਨ A, ਤਾਂ 2.303 ਅਪੋਨ 20 log of 100 ਅਪੋਨ 75। ਠੀਕ ਹੈ ਜੀ, ਤਾਂ ਆਪਣੇ ਕੋਲੇ ਕੀ ਬਣ ਗਿਆ ਇਹ 0.0143 ਪਰ ਮਿੰਟ। ਇਹ ਆਪਣੇ ਕੋਲੇ ਕੀ ਨਿਕਲਿਆ ਹੈਗਾ, K ਦੀ ਵੈਲਿਊ ਨਿਕਲੀ ਹੈ। ਹੁਣ ਸੈਕਿੰਡ ਆਪਾਂ ਨੂੰ ਕੀ ਦਿੱਤਾ ਹੋਇਆ ਸੀ ਉਹਨਾਂ ਨੇ 75% ਰਿਐਕਸ਼ਨ ਕੰਪਲੀਟ ਹੋਏਗੀ, ਤਾਂ ਹੁਣ ਕਿਉਂਕਿ 75% ਹੈ ਤਾਂ A0 ਉਸੇ ਤਰ੍ਹਾਂ 100 ਲੈ ਲਾਂਗੇ, ਤੇ ਆਪਣੇ ਕੋਲੇ ਨੀਚੇ A ਕੀ ਬਣ ਜਾਏਗਾ 100 ਦੇ ਵਿੱਚੋਂ 75 ਮਾਈਨਸ ਕਰ ਦਿਓ, ਤਾਂ ਉਹ ਕੀ ਬਣ ਜਾਏਗਾ ਆਪਣੇ ਕੋਲੇ ਫਿਰ 25। ਤਾਂ log of 100 ਅਪੋਨ 25, ਤਾਂ log of ਆਪਣੇ ਕੋਲੇ ਜਿਹੜਾ ਹੈਗਾ ਇਹ 4 ਬਣ ਜਾਏਗਾ। ਤਾਂ log 4 ਦੀ ਵੈਲਿਊ ਨੂੰ ਮਲਟੀਪਲਾਈ ਕਰ ਦੇਣਾ ਕਾਹਦੇ ਨਾਲ 16.1048 ਦੇ ਨਾਲ, ਤਾਂ ਆਪਣੇ ਕੋਲੇ ਕਿੰਨਾ ਆਂਸਰ ਆ ਗਿਆ ਫਿਰ ਇਹਦਾ 96.96 ਮਿੰਟ। ਠੀਕ ਹੈ ਜੀ, ਸੈਕਿੰਡ ਇਹਦੇ ਨਾਲ ਹੀ ਤੁਹਾਨੂੰ ਆਪਸ਼ਨ ਦਿੱਤੀ ਹੋਈ ਸੀਗੀ, ਫਰਸਟ ਆਰਡਰ ਰਿਐਕਸ਼ਨ ਸ਼ੋਜ਼ ਦੈਟ ਟਾਈਮ ਰਿਕਵਾਇਰਡ ਫॉर 99% ਕੰਪਲੀਸ਼ਨ ਇਜ਼ ਟਵਾਈਸ ਦਾ ਟਾਈਮ ਰਿਕਵਾਇਰਡ ਫॉर ਦ ਕੰਪਲੀਸ਼ਨ ਆਫ 90% ਆਫ ਰਿਐਕਸ਼ਨ। ਤਾਂ ਦੋਨੋਂ ਕੇਸਿਸ ਨੂੰ ਆਪਾਂ ਅਲੱਗ-ਅਲੱਗ ਸੋਲਵ ਕਰਾਂਗੇ। ਪਹਿਲਾਂ ਆਪਾਂ 90% ਵਾਲਾ ਲੈ ਲਿਆ, T90 ਸੌਰੀ ਇਹਦੇ ਵਾਸਤੇ ਆਪਣੇ ਕੋਲੇ A ਕਿੰਨਾ ਹੈਗਾ 90, A0 100। ਠੀਕ ਹੈ ਜੀ, ਤੇ ਆਪਣੇ ਕੋਲੇ A0 ਮਾਈਨਸ A ਕੀ ਬਣ ਗਿਆ ਫਿਰ 10 ਬਣ ਗਿਆ। ਤਾਂ ਆਪਣੇ ਕੋਲੇ ਜਦੋਂ ਆਪਾਂ ਫਾਰਮੂਲਾ ਲਗਾਵਾਂਗੇ T90% ਦਾ 2.303 ਅਪੋਨ K log of A0 ਅਪੋਨ A0 ਮਾਈਨਸ A, ਤਾਂ ਕੀ ਬਣ ਗਿਆ ਆਪਣੇ ਕੋਲ 2.303 ਅਪੋਨ K ਮਲਟੀਪਲਾਈ log of 100 ਅਪੋਨ 10, ਦੋਨੋਂ ਆਪਸ 'ਚ ਕੱਟ ਕੇ ਕੀ ਬਚ ਗਿਆ ਆਪਣੇ ਕੋਲੇ log of 10 ਬਚਿਆ, ਤਾਂ 2.303 ਅਪੋਨ K ਮਲਟੀਪਲਾਈ log 10। log 10 ਦੀ ਆਪਾਂ ਨੂੰ ਪਤਾ ਵੈਲਿਊ ਕਿੰਨੀ ਹੁੰਦੀ ਹੈ 1 ਹੁੰਦੀ ਹੈ, ਤਾਂ T90% ਆਪਣੇ ਕੋਲੇ ਕਿੰਨਾ ਆ ਗਿਆ 2.303 ਅਪੋਨ K। ਇਸੇ ਤਰ੍ਹਾਂ ਆਪਾਂ ਜਿਹੜਾ ਹੈਗਾ ਉਹ 99% ਦੇ ਲਈ ਜੇ ਆਪਾਂ ਕੈਲਕੂਲੇਟ ਕਰਦੇ ਹਾਂ ਤਾਂ A ਆਪਣੇ ਕੋਲੇ ਕਿੰਨਾ ਬਣ ਗਿਆ 99, A0 100 ਤੇ A0 ਮਾਈਨਸ A ਕਿੰਨਾ ਬਣ ਗਿਆ 1। ਠੀਕ ਹੈ ਜੀ, ਤਾਂ ਹੁਣ T99% ਆਪਣੇ ਕੋਲੇ 2.303 ਅਪੋਨ K ਇੰਟੂ log of 100 ਅਪੋਨ 10। ਹੁਣ log ਜਿਹੜਾ ਹੈਗਾ ਆਪਣੇ ਕੋਲੇ 100 ਹੈ, ਇਹਨੂੰ ਆਪਾਂ ਕੀ ਲਿਖ ਸਕਦੇ ਹਾਂ 10 ਰੇਜ਼ ਟੂ ਪਾਵਰ 2 ਲਿਖ ਸਕਦੇ ਹਾਂ। ਠੀਕ ਹੈ ਜੀ, log of 10 ਰੇਜ਼ ਟੂ ਪਾਵਰ 2, ਤਾਂ 2 ਅੱਗੇ ਆ ਜਾਊਗਾ, log of 10 ਆਪਣੇ ਕੋਲੇ ਜਿਹੜਾ ਹੈਗਾ ਉਹ ਰਹਿ ਜਾਏਗਾ। ਤਾਂ log of 10 ਜਿਹੜਾ ਹੈਗਾ ਆਪਣੇ ਕੋਲੇ ਜਦੋਂ ਰਹਿ ਗਿਆ ਤਾਂ ਇਹ ਜਿਹੜਾ ਆਪਣੇ ਕੋਲੇ log 10 ਦੀ ਵੈਲਿਊ ਕੀ ਆ ਜੂਗੀ ਆਪਣੇ ਕੋਲੇ 1 ਆ ਜੂਗੀ, ਤਾਂ ਆਪਣੇ ਕੋਲੇ 2 log 10 ਬਣ ਜਾਏਗਾ ਇਹ। ਤਾਂ T99% ਆਪਣੇ ਕੋਲੇ ਕੀ ਬਣ ਗਿਆ ਫਿਰ 2.303 ਅਪੋਨ K, ਕਿਉਂਕਿ log 10 ਦੀ ਵੈਲਿਊ 1 ਹੈ ਤਾਂ ਇਕੱਲਾ 2 ਰਹਿ ਗਿਆ ਆਪਣੇ ਕੋਲੇ। ਠੀਕ ਹੈ ਜੀ, ਤਾਂ ਇਹ ਹੁਣ ਕਿਉਂਕਿ ਆਪਾਂ ਨੂੰ ਪਤਾ 2.303 ਅਪੋਨ K ਕੀ ਨਿਕਲਿਆ ਸੀ ਆਪਣੇ ਕੋਲੇ ਇਹ T90% ਨਿਕਲਿਆ ਸੀ, ਤਾਂ T99% ਕਾਹਦੇ ਬਰਾਬਰ ਆ ਗਿਆ ਫਿਰ T90 ਮਲਟੀਪਲਾਈ 2। ਤਾਂ ਇਹੀ ਚੀਜ਼ ਉਹਨੇ ਆਪਾਂ ਨੂੰ ਕਿਹਾ ਸੀਗਾ, ਸ਼ੋ ਦੈਟ time required for 99% is twice the time required for 90%। ਠੀਕ ਹੈ ਜੀ, ਤਾਂ ਇਹ ਆਪਣੇ ਕੋਲ ਇੱਥੇ ਪ੍ਰੂਫ ਹੋ ਗਿਆ। ਨੈਕਸਟ ਆਪਣੇ ਕੋਲੇ ਬੱਚੇ ਕੁਐਸਚਨਸ ਨੇ, ਅੱਗੇ ਤਾਂ ਲਗਭਗ ਸਾਰੇ ਤੁਹਾਡੇ ਇਹ ਕੁਐਸਚਨ ਜਿਹੜੇ ਹੈਗੇ ਨੇ ਤੁਹਾਨੂੰ ਜਿਹੜੇ ਹੈਗੇ ਤੁਹਾਡੀ ਬੁੱਕ ਦੇ ਵਿੱਚ ਵੀ ਮਿਲ ਜਾਣਗੇ, ਤਾਂ ਇਹਨਾਂ ਨੂੰ ਤੁਸੀਂ ਉੱਥੋਂ ਹੀ ਸੋਲਵ ਕਰਨਾ। ਠੀਕ ਹੈ, ਇਸ ਤੋਂ ਬਾਅਦ ਆਪਣਾ ਹੁਣ ਜਿਹੜਾ ਹੈਗਾ ਉਹ C ਪਾਰਟ ਤੇ D ਪਾਰਟ ਰਹਿ ਗਿਆ, ਉਹਦੇ ਲਈ ਆਪਾਂ ਇਕੱਠੀ ਫਿਰ ਇੱਕ ਵੀਡੀਓ ਬਣਾਵਾਂਗੇ, ਫਿਰ ਉਹ ਤੁਹਾਨੂੰ ਸੈਂਡ ਕਰ ਦਾਂਗੇ ਆਪਾਂ। ਠੀਕ ਹੈ।